हाँ जी students, good morning. Good morning, sir. How are you? Fine, sir. What about you? I'm also fine जी. परनीत कौर भी पहुंच गई है. तकरीबन सारे आगे के 2 स्टूडेंट रह गए. चलो स्टार्ट करते हैं फिर. हाँ जी, कल मैं ਤੁਹਾਨੂੰ ਕਿਹਾ ਸੀਗਾ ਕਿ ਜੋ ਮੀਨ ਵੈਲਿਊ ਹੈ ਜਾਂ ਐਵਰੇਜ ਵੈਲਿਊ ਹੈ ਉਹਦੇ ਬਾਰੇ ਕੀ ਹੈ ਪੜ੍ਹ ਕੇ ਆਉਣਾ ਹੈ. ਕਿਹੜਾ ਸਟੂਡੈਂਟ ਹੈ ਜਿਹੜਾ ਪੜ੍ਹ ਕੇ ਆਇਆ ਕਿ ਐਵਰੇਜ ਵੈਲਿਊ ਕੀ ਹੁੰਦੀ ਹੈ ਕਰੰਟ ਦੀ, ਅਲਟਰਨੇਟਿੰਗ ਕਰੰਟ ਦੀ, ਜਾਂ ਮੀਨ ਵੈਲਿਊ ਕੀ ਹੁੰਦੀ ਹੈ. हाँ जी, बोलो जी मनप्रीत कौर. वेरी गुड. मीन वैल्यू या फिर एवरेज वैल्यू ਉਹ ਵੈਲਿਊ ਹੈ ਕਾਂਸਟੈਂਟ ਕਰੰਟ ਦੀ ਜਿਹੜੀ ਕਿ ਸੇਮ ਮਤਲਬ ਇੱਕ ਅਮਾਉਂਟ ਦਾ ਕਰੰਟ ਕੀ ਕਰਦੀ ਹੈ ਪਾਸ ਕਰਦੀ ਹੈ ਕਿਸੇ ਸਰਕਟ ਦੇ ਥਰੂ ਕਿਸੇ ਸਰਟਨ ਟਾਈਮ ਇੰਟਰਵਲ ਵਾਸਤੇ ਜਿੰਨਾ ਕਿ ਏਸੀ ਦੇ ਵਿੱਚ ਕੀਤਾ ਜਾਂਦਾ ਹੈ ਉਸ ਹੀ ਸਰਕਟ ਦੇ ਵਿੱਚ ਉਸ ਸੇਮ ਟਾਈਮ ਇੰਟਰਵਲ ਦੇ ਵਿੱਚ. ਕਿੰਨਾ ਟਾਈਮ ਇੰਟਰਵਲ ਹੁੰਦਾ? ਹਾਫ ਸਾਈਕਲ ਦਾ ਸਰ t/2. ਹਾਫ ਸਾਈਕਲ ਦਾ. ਵੈਰੀ ਗੁੱਡ. ਅੱਛਾ, ਇੱਕ ਬਾਕੀ ਸਭ ਕੁਝ ਠੀਕ ਸੀਗਾ. ਕਰੰਟ ਦੀ ਜਗ੍ਹਾ ਤੇ ਆਪਾਂ ਚਾਰਜ ਬੋਲਣਾ. ਜਿੰਨਾ ਚਾਰਜ. ਹਾਂਜੀ, ਕਿਉਂਕਿ ਕਰੰਟ ਹੋ ਰਿਹਾ ਨਾ, ਚੇਂਜ ਹੋ ਰਿਹਾ ਹੈ ਨਾ, ਤਾਂ ਜਿੰਨਾ ਚਾਰਜ ਆਪਾਂ ਕਹਿ ਸਕਦੇ ਹਾਂ ਹਾਫ ਸਾਈਕਲ ਦੇ ਵਿੱਚ. ਠੀਕ ਹੈ ਜੀ, ਬਿਲਕੁਲ ਸਹੀ ਹੈ. ਵੈਰੀ ਗੁੱਡ, ਬਹੁਤ ਅੱਛਾ. ਹਾਂਜੀ, ਕੋਈ ਹੋਰ ਵੀ ਪੜ੍ਹ ਕੇ ਆਇਆ? ਹੋਰ ਕੋਈ ਨਹੀਂ ਪੜ੍ਹ ਕੇ ਆਇਆ? ਚਲੋ ਕੋਈ ਗੱਲ ਨਹੀਂ. ਦੇਖੋ, ਮੈਂ ਤਾਂ ਜੀ ਹਮੇਸ਼ਾ ਆਪਣਾ ਐਕਸਪੀਰੀਅੰਸ ਜੋ ਮੈਨੂੰ ਲੱਗਦਾ ਮੈਂ ਤਾਂ ਉਹੀ ਚੀਜ਼ ਬੋਲਦਾ. ਜਿੰਨਾ ਤੁਸੀਂ ਬੋਲੋਗੇ ਫਿਜ਼ਿਕਸ ਦੇ ਨਾਲ ਉਨੀ ਹੀ ਫਿਜ਼ਿਕਸ ਤੁਹਾਨੂੰ ਸੌਖੀ ਲੱਗੂਗੀ ਤੇ ਉਨੀ ਹੀ ਤੁਹਾਡੀ ਇੰਪਰੂਵਮੈਂਟ ਹੋਊਗੀ ਤੇ ਉਨੇ ਹੀ ਤੁਹਾਡਾ ਜਿਹੜਾ ਸੀਬੀਐਸਈ ਦਾ ਜਿਹੜਾ ਰਿਜ਼ਲਟ ਆ ਉਹ ਵਧੀਆ ਆਊਗਾ. ਇਹ ਗੱਲ ਸੱਚ ਹੈ, ਇਹ ਝੂਠ ਨਹੀਂ ਹੈਗੀ. ਜਿੰਨਾ ਇਹਦੇ ਤੋਂ ਭੱਜੋਗੇ ਉਨਾ ਇਹ ਡਰਾਊਗੀ. ਇਹ ਫਿਜ਼ਿਕਸ ਫਿਰ ਉਨਾ ਹੀ ਡਰਾਉਂਦੀ ਹੈ. ਠੀਕ ਹੈ, ਡਿਸੀਜਨ ਤੁਹਾਡੇ ਹੱਥ ਹੈ. ਇੰਨਾ ਟਾਈਮ ਅਸੀਂ ਆਲਰੇਡੀ ਵੇਸਟ ਕਰ ਚੁੱਕੇ ਹਾਂ. ਠੀਕ ਹੈ, ਹੋਰ ਵੇਸਟ ਕਰਨਾ ਹੈ ਜਾਂ ਨਹੀਂ ਕਰਨਾ, ਠੀਕ ਹੈ, ਉਹ ਤੁਸੀਂ ਦੇਖੋ. ਠੀਕ ਹੈ, ਮੈਨੂੰ ਪਤਾ ਹਜੇ ਵੀ ਕੁਝ ਸਟੂਡੈਂਟ ਇਹੋ ਜਿਹੇ ਹੈਗੇ ਨੇ ਜਿਹੜੇ ਕਿ ਬਿਲਕੁਲ ਵੀ ਸਟੱਡੀ ਨਹੀਂ ਕਰ ਰਹੇ ਹੈਗੇ, ਤਾਂ ਬਹੁਤ ਮਾੜੀ ਗੱਲ ਹੈ. ਠੀਕ ਹੈ, ਬਹੁਤ ਸਾਰੇ ਸਟੂਡੈਂਟ ਹੈਗੇ ਨੇ ਜਿਹੜੇ ਕੀ ਹੈ ਬਹੁਤ ਵਧੀਆ ਤਰੀਕੇ ਨਾਲ ਮਿਹਨਤ ਕਰ ਰਹੇ ਆ, ਆਪਣੇ ਵੱਲੋਂ ਬੈਸਟ ਕਰ ਰਹੇ ਆ. ਕੋਈ ਚੀਜ਼ ਸਮਝ ਆ ਜਾਂਦੀ ਹੈ, ਕੋਈ ਚੀਜ਼ ਸਮਝ ਨਹੀਂ ਵੀ ਆਉਂਦੀ, ਬਟ ਉਹ ਆਪਣੇ ਵੱਲੋਂ ਬੈਸਟ ਕਰ ਰਹੇ ਨੇ. ਠੀਕ ਹੈ, ਲਗਾਤਾਰ ਉਹ ਅਗਰ ਇਸੇ ਤਰੀਕੇ ਨਾਲ ਬੈਸਟ ਕਰਦੇ ਰਹਿਣਗੇ ਤਾਂ ਡੈਫੀਨਿਟਲੀ ਕੀ ਉਹਨਾਂ ਦਾ ਜਿਹੜਾ ਰਿਜ਼ਲਟ ਹੈ ਉਹ ਬੋਲੂਗਾ ਵੀ ਹਾਂਜੀ ਅਸੀਂ ਮਿਹਨਤ ਕੀਤੀ ਸੀ ਤੇ ਸਾਡੇ ਮਤਲਬ ਇੰਨੇ ਨੰਬਰ ਵੀ ਆਏ ਆ. ਠੀਕ ਹੈ, ਚਲੋ ਤਾਂ ਆਪਾਂ ਸਟਾਰਟ ਕਰਦੇ ਹਾਂ ਜੀ. ਮੀਨ ਵੈਲਿਊ, ਮੀਨ ਔਰ average value of alternating current. Alternating current. मीन वैल्यू और एवरेज वैल्यू ऑफ अल्टरनेटिंग करंट. देखो एवरेज का मतलब की होता है? एवरेज ਅਸੀਂ ਕਿਸੇ ਦੀ ਵੀ ਐਵਰੇਜ ਕਿਵੇਂ ਕੈਲਕੂਲੇਟ ਕਰਦੇ ਹਾਂ? ਜੇ ਮੰਨ ਲਓ ਅਸੀਂ ਗੱਲ ਕਰਦੇ ਵੀ ਐਵਰੇਜ ਫਾਈਂਡ ਕਰਨੀ ਆ ਅਸੀਂ ਕਰੰਟ ਦੀ, ਤਾਂ ਅਸੀਂ ਕੀ ਕਰਾਂਗੇ? ਟੋਟਲ ਕਰੰਟ ठीक है अपॉन किन्ने नंबर ऑफ टाइम्स ਅਸੀਂ ਉਹਨੂੰ ਕੀ ਹੈ ਕੰਸੀਡਰ ਕਰਦੇ ਹਾਂ, ਇਹੀ ਕਰਾਂਗੇ ਨਾ. ਜਿਵੇਂ ਆਪਾਂ ਐਵਰੇਜ ਮੰਨ ਲਓ ਕੀ ਹੈ ਚਾਰਜ ਦੀ ਕੈਲਕੂਲੇਟ ਕਰਨੀ ਹੈ, ਐਵਰੇਜ ਆਫ ਚਾਰਜ, ਤਾਂ ਅਸੀਂ ਕੀ ਕਰਾਂਗੇ? ਟੋਟਲ ਚਾਰਜ अपॉन n. ठीक है, इस तरीके ਨਾਲ ਤੁਸੀਂ ਐਵਰੇਜ ਕੈਲਕੂਲੇਟ ਕਰਦੇ ਸੀ. ਜਿਵੇਂ ਅਸੀਂ ਐਵਰੇਜ ਕੈਲਕੂਲੇਟ ਕੀਤੀ ਹੈ ਆਫ ਡ੍ਰਿਫਟ ਵੈਲੋਸਿਟੀ, तो ਉਹਦੇ ਚ ਕੀ ਕਰਦੇ ਸੀ? ਟੋਟਲ ਵੈਲੋਸਿਟੀ ਮਤਲਬ ਕੀ ਹੈ v1 v2 ਅਪ ਟੂ ਸੋ ਔਨ ਅਪਨ n. ਠੀਕ ਹੈ ਜੀ, ਤਾਂ ਐਵਰੇਜ ਕੱਢਣ ਦਾ ਸਾਡੇ ਕੋਲ ਮੈਥਡ ਇਹ ਹੈ.
जे एवरेज दी चार्ज की कैलकुलेशन सानू टोटल चार्ज चाहिए अपॉन किन्ने टाइम्स हैगा उन्हां नाल असीं उहनूं की करदे डिवाइड करदे हैं हुण अल्टरनेटिंग करंट है जिहड़ा वो एक वेरिएबल करंट है जिहड़ी जिहदी वेव की है साइन वेव है लाइक दिस इस तरीके नाल है ना मतलब एक बारी के पॉजिटिव साइकिल एक बारी के नेगेटिव साइकिल ते आपां नूं पता है इत्थे टाइम कितना हुंदा 0 इत्थे टाइम कितना हुंदा t ते ये टाइम कितना हुंदा t/2 जे असी अल्टरनेटिंग करंट दी एवरेज कैलकुलेट करिए इन अ कंप्लीट साइकिल ध्यान नाल सुनियो अगर असी एवरेज कैलकुलेट करिए किदी अल्टरनेटिंग करंट दी कंप्लीट साइकिल दे विच कंप्लीट साइकिल तो आंसर आउंदा है 0 आंसर आउंदा 0 क्यों आ देखो ये वेव कितों शुरू हुई है 0 तो खत्म भी कितने होंदी है 0 आ देखो जिन्ना इहदे विच पॉजिटिव तुहानू मिलूगा उन्ना ही तुहानू की मिल जूगा नेगेटिव जे मैं तुहानू कहा एक बारी की +5 है ਇਹਦਾ मतलब दूसरी बार -5 है दो करंट हो गए अपॉन 2 तो आंसर कितना आ गया 0 ਤਾਂ ਇਹਦੇ ਵਿੱਚ ਸਾਨੂੰ ਦਿੱਕਤ ਆ ਰਹੀ ਸੀ मतलब ਅਸੀਂ एवरेज वैल्यू फाइंड भी करना चाਹੁੰਦੇ हैं बट ਅਸੀਂ कंप्लीट साइकिल च फाइंड भी नहीं कर सकते क्योंकि जिन्ने नंबर ऑफ पॉजिटिव साइकिल होंगे उन्ने ही नंबर ऑफ नेगेटिव साइकिल होंगे ਤੇ ਜਦੋਂ ਅਸੀਂ एवरेज कैलकुलेट करांगे जिन्नी प्लस वाले साइकिल्स दी आऊगी उन्नी माइनस वाले दी आऊगी दोनों ਨੂੰ ऐड करांगे आंसर कितना होगा 0 ਤਾਂ ਇੱਥੇ ਦਿੱਕਤ ਆ ਗਈ ਫਿਰ ਅਸੀਂ ਇਸ ਦਿੱਕਤ ਨੂੰ ਰਿਮੂਵ ਕਰਨ ਵਾਸਤੇ ਇਸ ਪ੍ਰੋਬਲਮ ਨੂੰ ਰਿਮੂਵ ਕਰਨ ਵਾਸਤੇ ਕਿਹਾ ਕਿ ਅਸੀਂ ਅਲਟਰਨੇਟਿੰਗ ਕਰੰਟ ਹੈ ਜੋ ਉਹਦੀ ਜਿਹੜੀ ਐਵਰੇਜ ਹੈ ਉਹਨੂੰ ਅਸੀਂ ਕੰਪਲੀਟ ਸਾਈਕਲ ਚ ਨਾ ਦੇਖ ਕੇ मतलब ਅਸੀਂ t ਸਾਈਕਲ t ਟਾਈਮ ਦੇ ਵਿੱਚ ਕੈਲਕੂਲੇਟ ਨਾ ਕਰਕੇ ਅਸੀਂ ਉਹਨੂੰ ਹਾਫ ਸਾਈਕਲ ਚ ਕੈਲਕੂਲੇਟ ਕਰਿਆ ਕਰਾਂਗੇ ਸਭ ਤੋਂ ਇੰਪੋਰਟੈਂਟ ਗੱਲ ਹੈ ਜੀ ਇੱਕ ਤਾਂ कि अल्टरनेटिंग करंट दी जिहड़ी तुसीं एवरेज देखनी है वो घट देखनी है वो हाफ इंटरवल ऑफ टाइम च देखनी है मतलब हाफ साइकिल च देखनी है कई बार की है एग्जामिनर पूछ लैंदा भी असीं फुल साइकिल च क्यों नहीं देखते तो फुल साइकिल दे विच देखोगे तो आंसर ऑलवेज 0 है जी फिर ਉਹਦੇ ਵਿੱਚ ਸਾਨੂੰ कुछ नहीं पता लगना ਅਸੀਂ स्टडी करना चाहुंदे हैं अल्टरनेटिंग करंट ਨੂੰ ਇਹਦੇ ਲਈ जिस करके ਸਾਡੇ ਕੋਲ कुछ ना कुछ तो ਉਹਦੀ वैल्यू ਹੋਵੇ ना ਜੇ ਉਹਦੀ ਵੈਲਿਊ 0 ਅਸੀਂ ਆਲਵੇਜ਼ ਦਿਖਾ ਰਹੇ ਹਾਂ ਫਿਰ ਅਸੀਂ ਉਹਨੂੰ ਸਟੱਡੀ ਕੀ ਕਰਾਂਗੇ ਠੀਕ ਹੈ ਤਾਂ ਸਭ ਤੋਂ ਜਿਹੜਾ ਮੇਨ ਪੁਆਇੰਟ ਹੈ ਐਵਰੇਜ ਵੈਲਿਊ ਦਾ ਜੇ ਮੀਨ ਵੈਲਿਊ ਦਾ ਉਹ ਇਹ ਹੈ ਕਿ ਜਦੋਂ ਵੀ ਅਸੀਂ ਐਵਰੇਜ ਵੈਲਿਊ ਫਾਈਂਡ ਕਰਨੀ ਹੈ ਅਲਟਰਨੇਟਿੰਗ ਕਰੰਟ ਦੀ ਉਹਨੂੰ ਅਸੀਂ ਹਾਫ ਸਾਈਕਲ ਚ ਕਰਾਂਗੇ ਕਿਉਂ ਕਰਾਂਗੇ ਉਹਦਾ ਰੀਜ਼ਨ ਮੈਂ ਤੁਹਾਨੂੰ ਦੇਤਾ ਠੀਕ ਹੈ ਜੀ ਤਾਂ ਹੁਣ ਅਸੀਂ ਇਹਨੂੰ ਡਿਫਾਈਨ ਕਿਵੇਂ ਕੀਤਾ ਡਿਫਾਈਨ ਕੀਤਾ ਸੀ ਦੇਖੋ ਅਸੀਂ ਇੱਕ AC ਸਰਕਟ ਕੰਸੀਡਰ ਕੀਤਾ ਜਿਹਦੇ ਵਿੱਚ ਆ ਕੋਈ ਰੈਜ਼ਿਸਟੈਂਸ ਲੱਗਿਆ ਹੋਇਆ R ठीक है जी असी AC सप्लाई लगाती हुण AC सप्लाई लगाई तो ਇਹਦੇ ਵਿੱਚੋਂ देखो करंट फ्लो करना स्टार्ट हो गया AC करंट फ्लो कर रहा सीगा AC करंट फ्लो कर रहा सीगा ਤਾਂ ਅਸੀਂ ਕੀ ਦੇਖਿਆ ਵੀ T = T/2 ਦੇ ਵਿੱਚ ਇਹਦੇ ਵਿੱਚੋਂ ਇਸ ਸਰਕਟ ਦੇ ਵਿੱਚੋਂ ਕੋਈ ਨਾ ਕੋਈ ਚਾਰਜ ਫਲੋ ਕਰ ਰਿਹਾ ਹੋਊਗਾ ਕੋਈ ਨਾ ਕੋਈ ਚਾਰਜ ਕੀ ਹੈ ਫਲੋ ਕਰ ਰਿਹਾ ਹੋਊਗਾ ਤਾਂ ਅਸੀਂ ਬਿਲਕੁਲ ਇਹਦੇ ਹੀ ਆਇਡੈਂਟੀਕਲ ਇੱਕ ਸਰਕਟ ਤਿਆਰ ਕੀਤਾ ਜਿਹਦਾ ਰੈਜ਼ਿਸਟੈਂਸ R ਸੀਗਾ ਤੇ ਅਸੀਂ ਇੱਕ ਇੱਥੇ ਵੇਰੀਏਬਲ DC ਸਪਲਾਈ ਲਗਾਤੀ ਤਾਂ ਦੇਖੋ ਜਿਹੜਾ ਕਰੰਟ ਹੈ ਬੱਚੇ 1 ਮਿੰਟ ਥੋੜਾ ਜਿਹਾ ਬਸ तो मैं कह रहा सी ਆਪਾਂ ਇੱਕ ਆਇਡੈਂਟੀਕਲ ਸਰਕਟ ਤਿਆਰ ਕੀਤਾ
ठीक है, ਜਿਹਦੇ ਵਿੱਚ ਅਸੀਂ ਡੀਸੀ ਸਪਲਾਈ ਲਗਾਈ ਤੇ ਇਹਦੇ ਵਿੱਚੋਂ ਕੀ ਹੈ ਅਸੀਂ ਲਗਾਤਾਰ ਜਿਹੜਾ ਕੀ ਹੈ ਵੋਲਟੇਜ ਚੇਂਜ ਕਰਕੇ ਅਸੀਂ ਕਰੰਟ ਨੂੰ ਚੇਂਜ ਕਰਦੇ ਰਹੇ ਇੱਕ ਪਾਰਟਿਕੂਲਰ ਟਾਈਮ ਕਿੰਨੇ ਟਾਈਮ ਤੇ t/2 ਤੇ ਇੱਕ ਪਾਰਟਿਕੂਲਰ ਵੈਲਿਊ ਕਰੰਟ ਦੀ ਸੀ ਜਿੰਨਾ ਚਾਰਜ AC ਦੇ ਵਿੱਚੋਂ ਫਲੋ ਕਰ ਰਿਹਾ ਸੀ ਉਨਾ ਹੀ ਚਾਰਜ ਅਸੀਂ ਇਸ ਸਰਕਟ ਦੇ ਵਿੱਚ ਫਲੋ ਕਰਾਤਾ ਤਾਂ ਜਿਹੜੀ ਉਹ ਪਾਰਟਿਕੂਲਰ ਵੈਲਿਊ ਆਫ ਕਰੰਟ ਹੈ ਜਿਹੜੀ ਕੀ ਹੈ ਜਿੰਨਾ AC ਦਾ ਸਰਕਟ AC ਦੇ ਸਰਕਟ ਦੇ ਵਿੱਚੋਂ ਚਾਰਜ ਫਲੋ ਕਰਦਾ ਸੀ ਉਨਾ ਚਾਰਜ ਜਦੋਂ ਇਸ DC ਵਾਲੇ ਸਰਕਟ ਚੋਂ ਫਲੋ ਕਰਨ ਲੱਗ ਗਿਆ ਤਾਂ ਉਸ ਕਰੰਟ ਦੀ ਵੈਲਿਊ ਨੂੰ ਅਸੀਂ ਕੀ ਬੋਲਿਆ ਮੀਨ ਵੈਲਿਊ ਆਫ ਕਰੰਟ ਜਾਂ ਅਸੀਂ ਇਹਨੂੰ ਕੀ ਬੋਲਿਆ ਐਵਰੇਜ ਵੈਲਿਊ ਆਫ ਕਰੰਟ ਬਸ ਦਿਸ ਇਜ਼ ਦ ਡੈਫੀਨੇਸ਼ਨ ਆਫ mean current or average value of current मैं लिख रहे हैं फिर और भी क्लियर हो जाएगा it is that value of steady or constant current over half cycle आ लिखना जरूरी है over half cycle which sends same amount of charge as which sends same amount of charge as again लिख सकते हो it is that value of steady or constant current over a half cycle which sends same amount of charge as in AC circuit in same interval of time this is the definition of mean value of alternating current or average value ठीक है जी मतलब ये एक ओ वाला कांस्टेंट ਜਾਂ स्टेडी करंट है हाफ साइकिल ਦੇ ਵਿੱਚ ਜਿਹੜਾ सेम अमाउंट ऑफ चार्ज की है सेंड करदा है ठीक है जिन्ना AC सर्किट कर रहा ਸੀਗਾ ਇੱਕੋ ਜਿਹੇ ਟਾਈਮ ਦੇ ਵਿੱਚ ठीक है जी फिर नेक्स्ट आउंदी है डेरिवेशन ਹੁਣ ਦੇਖੋ ਇੱਕ ਤਾਂ ਜਿਵੇਂ ਲਾਸਟ ਵਾਲੇ ਕੇਸ ਦੇ ਵਿੱਚ ਅਸੀਂ ਕੀ ਲਿਖੀ ਸੀ ਅਸੀਂ ਲਿਖੀ ਸੀ ਹੀਟ ਉਹਦੇ ਚ ਹੀਟ ਨੂੰ ਕੰਪੇਅਰ ਕੀਤਾ ਸੀਗਾ ਹੁਣ ਕਿਹਨੂੰ ਕੰਪੇਅਰ ਕਰ ਰਿਹਾ ਸੀ ਚਾਰਜ ਨੂੰ ਤਾਂ ਜੇ ਮੈਂ ਗੱਲ ਕਰਾਂ DC ਵਾਸਤੇ ਫॉर DC देखो अपन को पता है करंट होंदा है करंट की होंदा है Q/T होंदा है Q/T जनरल फार्मूला है अच्छा एक पर्टिकुलर टाइम कितना t/2 ਤੇ ਜਦੋਂ ਸੇਮ ਅਮਾਉਂਟ ਆਫ ਚਾਰਜ ਫਲੋ ਕਰਨ ਲੱਗ ਜਾਂਦਾ ਜਿੰਨਾ AC ਚ ਕਰਦਾ ਹੈ ਉਸ ਟਾਈਮ ਦੇ ਕਰੰਟ ਨੂੰ ਅਸੀਂ ਕੀ ਬੋਲਦੇ ਹਾਂ ਕਰੰਟ ਨੂੰ ਬੋਲਦੇ ਹਾਂ ਅਸੀਂ ਮੀਨ ਵੈਲਿਊ ਆਫ ਕਰੰਟ ਜਾਂ ਅਸੀਂ ਕੀ ਬੋਲਦੇ ਹਾਂ ਕਰੰਟ ਨੂੰ ਬੋਲਦੇ ਹਾਂ ਐਵਰੇਜ ਵੈਲਿਊ ਆਫ ਕਰੰਟ ਇਹਦਾ मतलब DC वास्ते इक्वेशन की लिखी होगी I mean is equal to Q/T/2 लो जी आ बन गई अपने को एक इक्वेशन दिस इज इक्वेशन नंबर 1 फिर दूसरा ਅਸੀਂ ਦੇਖੋ ਲਿਖਣਾ फॉर AC ਹੁਣ ਦੇਖੋ AC ਹੈ ਬੱਚੇ ਜਿਹੜਾ ਉਹ ਤਾਂ ਅਲਟਰਨੇਟਿੰਗ ਕਰੰਟ ਹੈ that means ਉਹ ਤਾਂ ਵੇਰੀ ਕਰ ਲੇ ਉਹਨੂੰ ਅਸੀਂ ਡਾਇਰੈਕਟ ਤਾਂ ਨਹੀਂ ਲਿਖ ਸਕਦੇ ਠੀਕ ਹੈ ਇਹਦਾ मतलब ਉਹਨੂੰ ਸਾਨੂੰ ਕਿਸੇ ਇਨਸਟੈਂਟ ਤੇ ਦੇਖਣਾ ਪਊਗਾ ਕਿਸੇ ਇਨਸਟੈਂਟ ਤੇ that means ਅਸੀਂ in the form of derivative ਲਿਖਾਂਗੇ ਫਿਰ ਟੋਟਲ ਕਰੰਟ ਫਾਈਂਡ ਕਰਨ ਵਾਸਤੇ ਮਤਲਬ ਟੋਟਲ ਚਾਰਜ ਫਲੋ ਕਰਨ ਵਾਸਤੇ ਵੀ ਕਿੰਨਾ ਚਾਰਜ ਫਲੋ ਹੋਇਆ ਉਹਨੂੰ ਕੀ ਕਰਾਂਗੇ ਇੰਟੀਗ੍ਰੇਟ ਬਸ ਤਾਂ ਅਸੀਂ ਕੀ ਲਿਖ ਸਕਦੇ ਉਹਨੂੰ DI सॉरी इंस्टेंटेनियस करंट लिखांगे तो इंस्टेंटेनियस करंट I इज इक्वल टू किया होगा dQ/dt एक ये इंस्टेंटेनियस करंट है इंस्टेंटेनियस करंट मतलब किसी पर्टिकुलर इंटरवल ऑफ टाइम पे ਅਸੀਂ ਜਿਹੜਾ ਕੀ ਕਰੰਟ ਦੀ ਵੈਲਿਊ ਫਾਈਂਡ ਕੀਤੀ ਹੈ ਤਾਂ ਬੱਚੇ मैं तो लिख सकता dQ इज इक्वल टू किया होगा I * dt
अच्छा आई दी इक्वेशन सानू पता, आई दी इक्वेशन की होंदी है आई इज इक्वल टू आई नॉट साइन ओमेगा टी इनटू डी टी। ऐसे रीजन लिख दो बिकॉज आई इज इक्वल टू आई नॉट साइन ओमेगा टी। कल इक्वेशन लिखवाई सी तो अच्छा इनू कर दो इंटीग्रेट। कोई मैं दस सकता है इंटीग्रेशन दी जो लिमिट्स होणगियां वो की होणगियां? 0 to t/2। वेरी गुड 0 to t/2। अच्छा एक चीज और नोट करो, अगर मैं इंटीग्रेशन 0 to t आई नॉट साइन ओमेगा टी इंटू डी टी लिखना तो आंसर कितना होना सीगा? आंसर 0 होना सी। कल वाली इंटीग्रेशन चेक करके देख लो, कल मैं तुहानू लिखाई सी साइन ओमेगा टी dt दी इंटीग्रेशन 0 to t आंसर 0 होंदा है। क्यों 0 होंदा है मैं स्टार्टिंग दी क्लियर करे आया, क्योंकि जिन्ने नंबर ऑफ पॉजिटिव साइकिल होंगे उन्ने नेगेटिव होंगे। ठीक है तो सारे दी एवरेज कितनी आऊगी? 0। ਤਾਂ ਜਿਹੜੀ ਅਸੀਂ ਇੰਟੀਗ੍ਰੇਸ਼ਨ ਲਵਾਂਗੇ ਉਹ ਕਿੱਥੇ ਲਵਾਂਗੇ? t/2 ਤੱਕ। ਤਾਂ ਬੱਚੇ ਦੇਖੋ ਰਾਈਟ ਲੈਫਟ हैंड साइड ਕੀ ਬਣ ਗਿਆ? q ਲੈਫਟ हैंड साइड आ गया अपने ਕੋਲੇ q लेफ्ट हैंड साइड आ गया q which is equal to q which is equal to अच्छा राइट हैंड साइड की है 0 to t, मैं दोबारा लिख देना आई नॉट t/2 आई नॉट साइन ओमेगा टी इंटू डी टी। आई नॉट की है देखो पीक वैल्यू होंगी है कांस्टेंट है दैट मींस बाहर आ गया। अच्छा दी इंटीग्रेशन बोलो की सी गई? 0 to t/2 साइन ओमेगा टी डी टी दी इंटीग्रेशन की होंगी है? 0 0 नहीं t/π। हाँ वेरी गुड t/π। ऐसे रीजन लिख दो बिकॉज 0 to t/2 साइन ओमेगा टी dt is equal to t/π। ਤਾਂ ਬੱਚੇ ਆ ਗਈ ਇਕੁਏਸ਼ਨ ਨੰਬਰ 2। ਆਪਾਂ ਕੀ ਕਿਹਾ ਵੀ ਜਿਹੜਾ ਚਾਰਜ ਜਿੰਨਾ ਡੀਸੀ ਦੇ ਵਿੱਚੋਂ ਫਲੋ ਕਰ ਰਿਹਾ ਉਨਾ ਹੀ ਚਾਰਜ ਕਿਹਦੇ ਵਿੱਚੋਂ ਫਲੋ ਕਰ ਰਿਹਾ? ਏਸੀ ਦੇ ਵਿੱਚੋਂ। ਇਹ ਚਾਰਜ ਕਿਹੜਾ ਜਿਹੜਾ ਅਸੀਂ ਸਟੱਡੀ ਕਰ ਰਹੇ ਹਾਂ ਇਹ ਏਸੀ ਵਾਲਾ ਚਾਰਜ ਹੈ। ਤਾਂ ਇਹਨਾਂ ਨੂੰ ਕੰਪੇਅਰ ਕਰਾ ਦਿਓ। ਤਾਂ ਇਕੁਏਸ਼ਨ ਨੰਬਰ 1 ਸੀ ਜਿਹੜੀ ਆਪਣੀ ਉਹਦੇ ਵਿੱਚ ਕੀ ਹੈ? ਇਕੁਏਸ਼ਨ ਨੰਬਰ 1 ਦੇ ਵਿੱਚੋਂ ਦੇਖੋ ਜੇ ਮੈਂ ਇੱਥੋਂ Q ਦੀ ਵੈਲਿਊ ਕੈਲਕੂਲੇਟ ਕਰਾਂ ਤਾਂ Q ਦੀ ਵੈਲਿਊ ਕਿੰਨੀ ਆਊਗੀ? ਤਾਂ ਇਹ ਆਊਗੀ IM/T/2। ਇਹਦਾ ਮਤਲਬ ਇਹਨੂੰ ਇਹਦੇ ਬਰਾਬਰ ਰੱਖ ਦੋ। मतलब IM/T/2 is equal to I naught T/π। देखो T नाल T की हो गया कैंसल। ਇਹਦਾ मतलब बच्चे मीन वैल्यू ऑफ करंट ਦਾ फार्मूला ਕੀ ਆ ਗਿਆ? 2 of I naught upon π। this is the answer। ਕਿ ਜਿਹੜੀ मीन वैल्यू है ਉਹ ਪੀਕ ਵੈਲਿਊ ਆਫ ਜਿਹੜੀ ਕਰੰਟ ਹੁੰਦੀ ਹੈ ਜਿਹੜੀ ਪੀਕ ਵੈਲਿਊ ਹੋਊਗੀ ਕਰੰਟ ਦੀ ਉਹਦਾ ਟਵਾਈਸ ਤੇ ਅਪਨ ਕੀ ਹੈ ਪਾਈ ਇਹਦੇ ਬਰਾਬਰ ਹੋਏਗੀ। ਤੇ ਜਦੋਂ ਇਹਨੂੰ ਅਸੀਂ ਸੋਲਵ ਕਰਦੇ ਨਾ ਤਾਂ IM is equal to 0.637 of I naught ਦੇ ਬਰਾਬਰ ਨਿਕਲ। ਲਓ ਜੀ ਇਸ ਤਰੀਕੇ ਨਾਲ ਅਸੀਂ ਸਾਡੇ ਕੋਲੇ ਮੀਨ ਵੈਲਿਊ। ਦੇਖੋ ਬੱਚੇ ਕਲੀਅਰ ਹੈ ਸਾਰਿਆਂ ਨੂੰ? ਜੇ ਕਿਸੇ ਨੂੰ ਕੋਈ ਡਾਊਟ ਹੈ ਤਾਂ ਉਹ ਡਾਊਟ ਪੁੱਛ ਸਕਦਾ ਜੀ ਆਪਣਾ। क्लियर? बच्चे क्लियर है? जल्दी बोलो टाइम ना वेस्ट करो। यस सर। हाँ रिप्लाई करया करो यार फिर ही पता लगता है। अच्छा जे तुसी करंट कैलकुलेट कर लिया तो ਇਹਦੇ ਅਕੋਰਡਿੰਗ ਤੁਸੀਂ ਕੀ EMF ਵੀ ਕੈਲਕੂਲੇਟ ਕਰ ਸਕਦੇ ਹੋ। ਤਾਂ ਅਕੋਰਡਿੰਗ ਟੂ ਓਮਸ ਲਾਅ E is equal to ਕੀ ਹੁੰਦਾ IR। ਇਹ ਮਤਲਬ I is equal to ਕੀ ਹੋਊਗਾ that is E upon R। ठीक है ਤਾਂ ਆਪਣੇ ਕੋਲ ਇਕੁਏਸ਼ਨ ਕੀ ਬਣੀ ਸੀ IM is equal to 2 of I naught by pi। ਇਹਦਾ ਮਤਲਬ ਇਹਨੂੰ ਮੈਂ ਕੀ ਲਿਖ ਸਕਦਾ? ਇਹਨੂੰ ਮੈਂ ਇਦਾਂ ਵੀ ਲਿਖ ਸਕਦਾ EM upon R which is equal to 2 E naught upon R into pi। pi ਤਾਂ ये
R ਨਾਲ R ਕੀ ਹੋ ਗਿਆ कैंसल, ਇਹਦਾ ਮਤਲਬ EM ਕਿੰਨਾ ਆ ਗਿਆ, EM is equal to 2 of E naught by pi, the EM is equal to ਕੀ ਲਿਖ ਸਕਦੇ ਹੋ 0.637 of E। ਇੱਕ वैसे ਤਾਂ ਮਿਸਕਨਸੈਪਸ਼ਨ ਹੀ ਬੋਲ ਸਕਦੇ ਨੂੰ ਆਪਾਂ, ਇਹ ਮੈਂ ਰਿਮੂਵ ਕਰ ਦੇਣਾ, ਮੇ ਵੀ ਕਈ ਸਟੂਡੈਂਟਸ ਨੇ ਇਹ ਦੇਖਿਆ ਹੋਵੇ, ਕਈਆਂ ਨੂੰ ਤਾਂ ਮੇ ਵੀ ਪਤਾ ਵੀ ਨਾ ਲੱਗਿਆ ਹੋਵੇ। ਦੇਖੋ ਇੱਕ ਚੀਜ਼ ਧਿਆਨ ਨਾਲ ਸਮਝਿਓ, ਆ ਸਮਝ ਲੱਗ ਗਿਆ, ਪਹਿਲਾਂ ਮੈਨੂੰ ਇਹ ਦੱਸੋ ਸਾਰਿਆਂ ਨੂੰ ਕਲੀਅਰ ਹੈ? yes sir ਠੀਕ ਹੈ ਜੀ। ਦੇਖੋ ਮੈਂ ਤੁਹਾਨੂੰ ਕੱਲ ਇਕੁਏਸ਼ਨ ਲਿਖਾਈ ਸੀ, E is equal to E naught sin omega t, है ना, ਤੇ I ਦੀ ਇਕੁਏਸ਼ਨ ਲਿਖਾਈ ਸੀ ਕਰੰਟ ਦੀ, I is equal to I naught sin omega t। ਕਈ ਬੁੱਕਸ ਦੇ ਵਿੱਚ ਇਹ ਇਕੁਏਸ਼ਨਸ ਐਵੇਂ ਲਿਖੀਆਂ ਹੋਣਗੀਆਂ, V is equal to V naught sin omega t, I is equal to I naught sin omega t। ਜੇ ਪ੍ਰਦੀਪ ਦੀ ਬੁੱਕ ਦੇਖੋਗੇ ਤਾਂ ਪ੍ਰਦੀਪ ਦੀ ਬੁੱਕ ਦੇ ਵਿੱਚ V ਵਾਲਾ ਸਿੰਬਲ ਹੋਊਗਾ, V, ਠੀਕ ਹੈ। ਜੇ ਲਾਸਟ ਈਅਰ ਜਿਹੜੀ ਦਿਨੇਸ਼ ਦੀ ਬੁੱਕ ਸੀ, ਅਗਰ ਦਿਨੇਸ਼ ਦੀ ਬੁੱਕ 'ਚ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਕੀ ਹੈ, E ਨਾਲ ਡਿਨੋਟ ਕੀਤਾ, ਜਾਂ ਮਾਡਰਨ ਵਾਲੇ ਕਈ ਵਾਰ E ਨਾਲ ਲਿਖਦੇ ਆ, ਠੀਕ ਹੈ। ਤਾਂ ਬੇਸਿਕਲੀ ਕੀ ਹੈ, ਮੈਂ ਤੁਹਾਨੂੰ ਇਹ ਸਮਝਾਉਣਾ ਚਾਹੁੰਦਾ ਵੀ ਜਿਹੜਾ ਅਲਟਰਨੇਟਿੰਗ ਚੈਪਟਰ ਹੈ ਨਾ, AC ਵਾਲਾ ਚੈਪਟਰ ਹੈ, ਇਹਦੇ ਵਿੱਚ ਬੱਚੇ E ਤੇ V 'ਚ ਕੋਈ ਫਰਕ ਨਹੀਂ ਹੈਗਾ, E ਤੇ V ਸੇਮ ਨੇ। ਇਹਨੂੰ ਅਸੀਂ ਕੀ ਬੋਲਾਂਗੇ, ਅਲਟਰਨੇਟਿੰਗ पोटेंशियल। ये भी की है, ये भी अल्टरनेटिंग पोटेंशियल है। देखो जो डीसी वाला चैप्टर ਅਸੀਂ ਪੜ੍ਹਦੇ ਹੁੰਦੇ ਸੀ ਨਾ, ਜਦੋਂ ਡੀਸੀ ਬੈਟਰੀ ਹੁੰਦੀ ਸੀ, ਫਿਰ ਅਸੀਂ ਕੀ ਲਿਖਦੇ ਹੁੰਦੇ ਸੀ, E is equal to V plus IR, ਆਈ ਸੀ ਨਾ ਫਾਰਮੂਲਾ। ਮੈਂ ਤੁਹਾਨੂੰ ਕਹਿੰਦਾ ਸੀ E ਕੀ ਹੁੰਦੀ ਹੈ, E ਹੁੰਦੀ ਹੈ ਮੈਕਸਿਮਮ ਪੋਟੈਂਸ਼ੀਅਲ ਡਿਫਰੈਂਸ, ਤੇ V ਕੀ ਹੁੰਦਾ ਟਰਮੀਨਲਸ ਦੇ ਅਕ੍ਰੋਸ ਦਾ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੁੰਦਾ ਹੈ ਨਾ, ਤੇ IR ਕੀ ਹੁੰਦਾ ਸੀ, ਜਿਹੜਾ ਕੀ ਹੈ ਵੋਲਟੇਜ ਦਾ ਡ੍ਰੌਪ ਹੋ ਜਾਂਦਾ ਸੀ ਅਕ੍ਰੋਸ ਦੀ ਇਲੈਕਟ੍ਰੋਡਸ। ਹੁਣ ਦੇਖੋ ਜਿਹੜੀ ਬੱਚੇ AC ਸਪਲਾਈ ਹੈ, ਇਹਦੇ ਵਿੱਚ ਤਾਂ ਕੋਈ ਸੈੱਲ ਜਾਂ ਬੈਟਰੀ ਨਹੀਂ ਯੂਜ਼ ਕਰਦੇ ਨਾ, ਸੀ ਸੈੱਲ ਤੇ ਬੈਟਰੀ ਤਾਂ ਯੂਜ਼ ਹੁੰਦੀ ਨਹੀਂ, ਇਹਦਾ ਮਤਲਬ ਇਹਦੇ ਕੋਈ ਆਪਣੇ ਇਲੈਕਟ੍ਰੋਡ ਤਾਂ ਹੁੰਦੇ ਨਹੀਂ, ਇਹ ਤਾਂ ਸਪਲਾਈ ਆ ਰਹੀ ਹੈ। ਤਾਂ ਇਸੇ ਕਰਕੇ ਅਸੀਂ ਇਹ ਕਹਾਂਗੇ ਕਿ ਇਹਦੇ ਵਿੱਚ ਕੋਈ ਵੋਲਟੇਜ ਦਾ ਡ੍ਰੌਪ ਨਹੀਂ ਹੁੰਦਾ ਅਕ੍ਰੋਸ ਦਾ ਇਲੈਕਟ੍ਰੋਡਸ, ਠੀਕ ਹੈ। ਤਾਂ E is equal to V ਹੁੰਦਾ। ਤਾਂ ਫਿਰ ਮੈਂ ਅੱਜ NCERT ਦੀ ਬੁੱਕ ਦੇਖੀ, ਲਾਸਟ ਟਾਈਮ ਤਾਂ ਮੈਂ E ਨਾਲ ਹੀ ਕਰਵਾਇਆ ਸੀਗਾ, ਕਰ ਸਕਦੇ ਹੋ ਕੋਈ ਦਿੱਕਤ ਨਹੀਂ। ਫਿਰ ਮੇਰੇ ਇਸ ਵਾਰ ਧਿਆਨ ਚ ਆਇਆ, ਮੈਂ NCERT ਦੀ ਬੁੱਕ ਦੇਖੀ ਹੈ, NCERT ਦੀ ਬੁੱਕ ਦੇ ਵਿੱਚ ਵੀ ਜਿਹੜੇ ਸਿੰਬਲ ਲਿਖਿਆ ਹੋਇਆ ਉਹ ਆਹ ਵਾਲਾ ਲਿਖਿਆ ਹੋਇਆ, V is equal to V naught sin omega t। ਬਟ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ, ਮੈਂ ਪਿਛਲੇ 2 ਸਾਲਾਂ ਤੋਂ ਇਸੇ ਨਾਲ ਹੀ ਕਰਵਾ ਰਿਹਾ, ਕਿਉਂਕਿ ਕਈ ਬੁੱਕਸ ਦੇ ਵਿੱਚ ਇਹ ਸਿੰਬਲ ਦਿੱਤਾ ਹੋਇਆ ਹੈ, ਗਲਤ ਨਹੀਂ ਹੈਗਾ, ਠੀਕ ਹੈ। ਤੁਹਾਨੂੰ ਦੱਸਿਆ ਕਿਉਂ ਅੱਜ, ਤਾਂ ਕਿ ਤੁਸੀਂ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ ਨਾ ਹੋਵੋ। ਅਲਟਰਨੇਟਿੰਗ ਚੈਪਟਰ ਦੇ ਵਿੱਚ E ਤੇ V ਸੇਮ ਚੀਜ਼ ਹੈ, देयर इज नो डिफरेंस बिटवीन E और V, ਚਾਹੇ ਤੁਸੀਂ E ਲਿਖੋ ਚਾਹੇ V ਲਿਖੋ। ਬਟ ਜਦੋਂ ਤੁਸੀਂ ਕੋਈ ਵੀ ਆਰਟੀਕਲ ਕਰ ਰਹੇ ਹੋ, ਜੇ ਮੰਨ ਲਓ ਤੁਸੀਂ E ਨਾਲ ਉਹਨੂੰ ਲਿਖ ਰਹੇ ਹੋ, ਤਾਂ ਉਹਨੂੰ ਤੁਹਾਨੂੰ ਫਿਰ ਪੂਰੇ ਦੇ ਪੂਰੇ ਚੈਪਟਰ ਦੇ ਵਿੱਚ E ਨਾਲ ਹੀ ਰਿਪਰੈਜ਼ੈਂਟ ਕਰਨਾ ਪਊਗਾ। ਇਹ ਨਹੀਂ ਵੀ ਤੁਸੀਂ E ਨਾਲ ਕਰ ਰਹੇ ਹੋ ਕਿਤੇ V ਨਾਲ ਕਰ ਰਹੇ ਹੋ, ਫਿਰ ਉਹਦੇ ਵਿੱਚ ਤੁਸੀਂ ਕੀ ਹੈ ਕਨਫਿਊਜ਼ ਹੋ ਜਾਓਗੇ, ਠੀਕ ਹੈ। ਤਾਂ ਤੁਸੀਂ ਆਪਣੇ ਆਪ ਚੁਆਇਸ ਕਰ ਲਿਓ, ਠੀਕ ਹੈ, ਵੀ ਤੁਸੀਂ ਕਿਹੜਾ ਸਿੰਬਲ ਯੂਜ਼ ਕਰਨਾ ਹੈ। ਮੈਂ ਮਤਲਬ ਯਾਨੀ ਕਿ NCERT ਬੁੱਕ ਦੇ ਅਕੋਰਡਿੰਗ ਇਸ ਵਾਰ ਕੀ ਹੈ ਜਿਹੜਾ V ਲੈ ਕੇ ਚੱਲੂਗਾ, ਮੈਂ V ਨੂੰ ਫੋਲੋ ਕਰਾਂਗੇ ਇਸ ਵਾਰ, ਠੀਕ ਹੈ ਜੀ। ਕਿਉਂਕਿ NCERT ਨੂੰ ਆਪਾਂ ਫੋਲੋ ਕਰਦੇ ਹਾਂ, NCERT ਦੇ ਵਿੱਚ ਜਿਹੜਾ ਸਿੰਬਲ ਹੈ ਉਹ ਕੀ ਹੈ, V ਹੈ। ਆਈ ਰਿਪੀਟ ਕਿ ਰੋਂਗ ਕੁਝ ਵੀ ਨਹੀਂ ਹੈਗਾ, ਅਗਰ ਤੁਸੀਂ E ਨਾਲ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ E ਨਾਲ ਵੀ ਲਿਖ ਸਕਦੇ ਹੋ, ਕਿਉਂਕਿ AC ਦੇ ਵਿੱਚ देयर इज नो डिफरेंस बिटवीन E एंड V। ਦੋਨਾਂ ਨੂੰ ਅਸੀਂ ਕੀ ਬੋਲਾਂਗੇ, ਅਲਟਰਨੇਟਿੰਗ ਪੋਟੈਂਸ਼ੀਅਲ ਬੋਲ ਸਕਦੇ ਹੋ ਜਾਂ ਅਲਟਰਨੇਟਿੰਗ ਵੋਲਟੇਜ ਲਿਖ ਸਕਦੇ ਹੋ। Is it clear to all? yes sir ਤਾਂ ਜਿਹੜੇ ਮੈਂ ਲਾਸਟ ਟਾਈਮ ਐਕਸਪ੍ਰੈਸ਼ਨ ਲਿਖਿਆ ਸੀਗਾ, ਦੇਖੋ ਆਪਾਂ ਲਿਖਿਆ ਸੀਗਾ ਰੂਟ ਮੀਨ ਸਕੁਅਰ ਵੈਲਿਊ, ਰੂਟ ਮੀਨ ਸਕੁਅਰ ਕਹਿ ਲਓ, ਚਾਹੇ ਵਰਚੁਅਲ ਬੋਲਿਆ ਸੀ ਆਪਾਂ, ਚਾਹੇ ਇਫੈਕਟਿਵ ਹੈ, ਇਫੈਕਟਿਵ ਵੈਲਿਊ ਆਫ ਅਲਟਰਨੇਟਿੰਗ ਕਰੰਟ। ਹਾਂਜੀ ਦੱਸੋ ਕੀ ਲਿਖੀ ਸੀ ਵੈਲਿਊ, ਜਲਦੀ।
zero RE is point 707. सुने नहीं का कोई और बोलो जी स्टूडेंट। कर्मी बोल रही सी, हाँ जी बोलो कर्मी। जल्दी बोलो यार सर फटाफट। 0.707. 0 पॉइंट IV is equal to I naught upon under root 2 the value 0.707. हाँ जी बिल्कुल 7 ਇਹਨੂੰ ਤੁਸੀਂ ਪ੍ਰੋਪਰ ਕੀ ਲਿਖ ਸਕਦੇ ਹੋ। ਦੇਖੋ ਆਪਾਂ ਕੱਲ ਪੜਿਆ ਸੀ ਜਿਹੜੀ RMS ਵੈਲਿਊ ਮਤਲਬ ਜਿਹੜੀ ਵਰਚੁਅਲ ਵੈਲਿਊ ਹੈ ਉਹ ਕੀ ਹੁੰਦੀ ਹੈ, ਉਹ ਪੀਕ ਵੈਲਿਊ ਅਪੋਨ ਰੂਟ 2 ਹੁੰਦੀ ਹੈ ਤੇ 1/√2 ਦੀ ਵੈਲਿਊ ਤੁਹਾਨੂੰ ਮੈਂ ਸੋਲਵ ਕਰਕੇ ਦੱਸੀ 0.707 ਆਫ I naught into IV ਹੁੰਦੀ ਹੈ, ਇਹ ਵੀ ਤੁਸੀਂ ਲਿਖ ਸਕਦੇ ਹੋ। ਅੱਛਾ ਫਿਰ ਅਸੀਂ ਜਿਹੜੀ ਅਲਟਰਨੇਟਿੰਗ ਵੋਲਟੇਜ ਹੈ ਉਹਦੀ ਵੀ ਆਪਾਂ ਵੈਲਿਊ ਲਿਖੀ ਸੀ ਨਾ, ਤਾਂ ਉਹਦੇ ਵਿੱਚ ਦੇਖੋ ਮੈਂ E ਨਾਲ ਲਿਖਾਇਆ ਸੀ, ਮੈਂ ਅੱਜ V ਨਾਲ ਵੀ ਦੱਸ ਰਿਹਾ, ਜੇ V ਨਾਲ ਲਿਖਣਾ ਪੈ ਗਿਆ ਤਾਂ ਕੀ ਲਿਖੋਗੇ, V virtual is equal to 0.707 V naught। ठीक है जी, चाहे ए लिख लो चाहे ਇਹਦਾ ਸਿੰਬਲ ਐਵੇਂ ਲਿਖ ਲਓ V RMS रूट मीन स्क्वायर वैल्यू 0.707 that is V naught। ਇਹ ਤੁਹਾਡੀ ਮਰਜ਼ੀ, ਬਟ ਮੈਂ ਬਸ ਇਹ ਗੱਲ ਕਹੂੰਗਾ ਜਿਹੜਾ ਵੀ ਸਿੰਬਲ ਤੁਸੀਂ ਫੋਲੋ ਕਰ ਰਹੇ ਹੋ ਹਮੇਸ਼ਾ ਪੂਰੇ ਚੈਪਟਰ ਦੇ ਵਿੱਚ ਉਹੀ ਫੋਲੋ ਕਰਨਾ ਹੈ। ਠੀਕ ਹੈ, ਅੱਜ ਜਿਹੜਾ ਅਸੀਂ ਪੜਿਆਗਾ, ਅੱਜ ਪੜ੍ਹੀ ਅਸੀਂ ਮੀਨ ਵੈਲਿਊ ਔਰ ਐਵਰੇਜ ਵੈਲਿਊ ऑफ AC। एक ही अपने को मीन वैल्यू बोलो जी की रिलेशन सीगा, I naught upon 2 pi। ना 2I नॉट अपॉन पाई। ठीक है, जो तुसी वोल्टेज का लिखना है VM इज इक्वल टू की होगा 2V नॉट बाय पाई। ठीक है, अच्छा 0 to T sin ओमेगा T dt दी इंटीग्रेशन बोलो की सी 0. 0 to T by 2 sin ओमेगा T dt दी इंटीग्रेशन T by pi. T by pi 0 to T sin square ओमेगा T dt दी इंटीग्रेशन T by 2. वेरी गुड T by बस आ इंटीग्रेशन आउंदी है ना, बस ਇਹਦਾ ਮਤਲਬ ਸੈਟ ਹੈ। ਚਲੋ मैं दोबारा लिंक भेजदा, ठीक है जी, फिर एक नवा टॉपिक आज स्टार्ट करन जा रहे हैं।